ਹਾਲਾਂਕਿ ਤੁਸੀਂ ਕਿਹਾ ਕਿ ਵਿਰੋਧ ਨਾ ਕੀਤਾ ਜਾਵੇ, ਗੋਦੀ ਮੀਡੀਆ ਦਾ ਇੱਥੇ ਵਿਰੋਧ ਹੋਇਆ ਤਾਂ ਤੁਸੀਂ ਕਿਹਾ ਕਿ ਨਹੀਂ ਹੋਣਾ ਚਾਹੀਦਾ, ਪਰ ਹਾਲੇ ਵੀ ਕੁਝ ਮੀਡੀਆ ਚੈਨਲਸ ਦੇ ਵੱਲੋਂ ਇਸ ਢੰਗ ਨਾਲ ਪੇਸ਼ ਕੀਤਾ ਜਾਣਾ ਕੀ ਸੋਚਦੇ ਹੋ? ਇਹਦਾ ਮਤਲਬ ਹੈ ਵੀ ਲੋਕਾਂ ਦਾ ਮਾਈਂਡ ਸੈਟ ਬਦਲ ਕੇ ਖਾਲਿਸਤਾਨ ਵੱਲ ਲਾਉਣਾ ਚਾਹੁੰਦਾ ਹੈ। ਦਿਸ ਇਜ਼ ਟੋਟਲੀ ਐਂਟੀ ਨੈਸ਼ਨਲ। ਮੈਂ ਮਨ ਬਣਾ ਲਿਆ ਵੀ ਇਸ ਇਹਦਾ ਜਿਹੜਾ ਮਾਲਕ ਹੈ ਉਹਦੇ ਖਿਲਾਫ ਘੱਟੋ ਘੱਟ 10,000 ਕੇਸ ਪੰਜਾਬ 'ਚ ਇਹਦੇ ਤੇ ਕਰਾਵਾਂਗੇ। ਸਿੱਧੂ ਨੇ ਬਿਆਨ ਦਿੱਤਾ ਪਿਛਲੇ ਦਿਨੀ, ਕਹਿੰਦੇ ਕਿ ਉਰੇ ਸਮੂਹਕ ਕਤਲੇਆਮ ਕਰਾਉਣਾ ਚਾਹੁੰਦੀ ਹੈ ਇੱਕ ਧਿਰ, ਕਾਮਰੇਡ ਦਾ ਉਹਨਾਂ ਨੇ ਨਾਂ ਲਿਆ, ਆਪਣੀ ਰਾਜਨੀਤੀ ਸਿਆਸੀ ਹਾਸ਼ੀਏ ਤੇ ਨੇ ਅੱਗੇ ਆਉਣਾ ਉਹਨਾਂ ਦੀ ਗੱਲ। ਉਹ ਮੋਦੀ ਦਾ ਚੇਲਾ, ਮੈਨੂੰ ਕਦੇ ਉਹਦੇ ਬਾਰੇ ਕੋਈ ਪੁੱਛਦੇ ਹੋ? ਉਹ ਮੋਦੀ ਕਰਦਾ, ਉਹ ਤਾਂ ਅੰਦਰ ਉਹਨੂੰ ਧੁੜਕੂ ਲੱਗਿਆ ਹੋਇਆ। ਉਹ ਤਾਂ ਕਹਿ ਰਹੇ ਕਿ ਮੈਂ ਪਹਿਲੇ ਦਿਨ ਤੋਂ ਨਾਲ ਹਾਂ ਕਿਸਾਨੀ ਸੰਘਰਸ਼ ਦੇ। ਨਾਲ ਕਾਹਨੂੰ ਹੈ, ਉਹਦਾ ਵਿਰੋਧ 'ਚ ਬੈਠਾ ਹੈ। ਸੋਸ਼ਲ ਮੀਡੀਆ ਤੇ ਬਹੁਤ ਚਰਚਾ ਕਰਦੇ ਨੇ, ਕਹਿੰਦੇ ਪਿੱਛੇ ਕਰਦੇ ਹੋ ਦੀਪ ਸਿੱਧੂ ਨੂੰ, ਤੁਸੀਂ ਇੱਕ ਵਾਰ ਮਤਾ ਪਾਤਾ, 2 ਵਾਰ ਸਟੇਜ ਤੋਂ ਕਹਿਤਾ ਕਿ ਨੇੜੇ ਨਾ ਆਓ। ਅਸੀਂ ਉਹਨਾਂ ਨੂੰ ਵੀ ਪੁੱਛਿਆ ਸੀਗਾ ਕਿ ਕੀ ਨਾਰਾਜ਼ਗੀ ਹੈ ਕਿਸਾਨ ਜਥੇਬੰਦੀਆਂ ਦੀ, ਉਹ ਕਹਿੰਦੇ ਕਿਸਾਨ ਜਥੇਬੰਦੀਆਂ ਜਾਣਣੇ ਤਾਂ ਵੀ ਮੇਰੇ ਨਾਲ ਕੀ ਨਾਰਾਜ਼ਗੀ। ਕੁਝ ਨਹੀਂ, ਉਹਨੂੰ ਸ਼ਹਿ ਹੈ ਮੋਦੀ ਦੀ, ਬਸ ਆਹੀ ਨਾਰਾਜ਼ਗੀ। ਸਬੂਤ ਹੋਣਾ ਚਾਹੀਦਾ। ਸਬੂਤ ਇਹ ਤੋਂ ਵੱਧ ਕੀ ਆ? ਉਹਦਾ ਇਲੈਕਸ਼ਨ ਇੰਚਾਰਜ ਸੀਗਾ ਦਿਓਲ ਦਾ, ਸਨੀ ਦਿਓਲ ਦਾ ਇਲੈਕਸ਼ਨ ਇੰਚਾਰਜ ਸੀ। ਸਨੀ ਦਿਓਲ ਨੇ ਟਵੀਟ ਕਰਤਾ ਵੀ ਸਾਡੇ ਨਾਲ ਕੋਈ ਉਹ ਹੁਣ ਕਰਦਾ ਟਵੀਟ, ਮੋਦੀ ਨੂੰ ਨਾਲ ਲੈ ਕੇ ਉਹਨੂੰ ਮਿਲਦਾ, ਉਹਦੀਆਂ ਫੋਟੋਆਂ ਨੇ, ਆਮ ਪਬਲਿਕ ਨੇ ਫੋਟੋਆਂ ਉਹਦੀਆਂ। ਪਾਸਟ ਹੈ, ਕਹਿੰਦਾ ਮੇਰਾ ਪਾਸਟ ਹੈ। ਪਾਸਟ ਹੈ, ਫਿਰ ਇਦਾਂ ਹੀ ਹੁੰਦਾ ਨਾ, ਜਦੋਂ ਬੰਦੇ ਨੂੰ ਵਰਤਣਾ ਹੁੰਦਾ ਪੋਲੀਟੀਸ਼ੀਅਨ ਇਦਾਂ ਹੀ ਵਰਤਦੇ ਨੇ। ਪੋਸਟਰ ਲੱਗ ਗਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਾਂ AK47 ਦਾ, ਕਿਸੇ ਦੀ ਆਪਣੀ ਮਨਸ਼ਾ ਜਾਂ ਆਪਣੀ ਕੁਝ ਵੀ ਹੋ ਸਕਦੀ ਹੈ, ਇੱਥੇ ਲੱਖਾਂ ਲੋਕ ਨੇ, ਪਰ ਉਹਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਜਾਣਾ ਨਹੀਂ। ਮੈਂ ਉਹੀ ਕਹਿਣਾ ਨਾ, ਇਹ ਕਿਸਾਨ ਅੰਦੋਲਨ ਹੈ, ਹੁਣ ਤੱਕ 6 ਮਹੀਨਿਆਂ 'ਚ ਵਾਇਲੈਂਟ ਨਹੀਂ ਹੋਇਆ, ਤੇ ਉਹਨਾਂ ਦੀ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਵਾਇਲੈਂਟ ਹੋਵੇ। ਉਹਨਾਂ ਦੀ ਕੋਸ਼ਿਸ਼ ਹੈ ਇਹਨੂੰ ਕਿਸੇ ਤਰ੍ਹਾਂ ਬਦਨਾਮ ਕਰੀਏ। ਰਾਈਟਸ ਨੂੰ ਛੋਟਾ ਕਰਕੇ ਪੇਸ਼ ਕੀਤਾ ਜਾਂਦਾ ਹੈ। ਉਹਦੇ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਲ ਹੋਈ ਕਿ ਅਸੀਂ ਇਸ ਤਰ੍ਹਾਂ ਕੀਤਾ, ਮੋਦੀ ਨੂੰ ਵੀ ਦੇਖ ਲਾਂਗੇ। ਉਹ ਕੁਝ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਕੁਝ ਬਿਆਨ ਦਿੱਤੇ। ਦੇਖੋ, ਅਸੀਂ ਹਮੇਸ਼ਾ ਕਿਹਾ ਵੀ ਜਿਹੜੇ ਇਦਾਂ ਦੀ ਲੋਕ ਗੱਲ ਕਰਦੇ ਨੇ ਉਹਨਾਂ ਸਾਡੇ ਇਸ ਅੰਦੋਲਨ ਨਾਲ ਕੋਈ ਸੰਬੰਧ ਨਹੀਂ। ਹੋਣਗੇ ਬਾਹਰ ਸਮਾਜ ਦੇ ਵਿੱਚ ਕੁਝ ਹੋਣ, ਪਰ ਜੇ ਉਹ ਇਹਨੂੰ ਸਾਡੇ ਅੰਦੋਲਨ ਨਾਲ ਜੋੜ ਕੇ ਚੱਲਣਗੇ, ਅਸੀਂ ਵੀ ਵੋਂਟ ਟੋਲਰੇਟ, ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ। ਕਿ ਜਾਂ ਖੇਤੀ ਕਾਨੂੰਨ ਰੱਦ ਕਰੋ, ਤੁਹਾਡੇ ਵੀ ਆਗੂ ਕਹਿੰਦੇ ਨੇ, ਜਾਂ ਫਿਰ ਗੋਲੀ ਮਾਰ ਦਿਓ ਸਾਡੇ, ਜਾਂ ਅਸੀਂ ਮਰਾਂਗੇ ਜਾਂ ਅਸੀਂ ਖੇਤੀ ਕਾਨੂੰਨ ਰੱਦ ਕਰਾਵਾਂਗੇ। ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ? ਸਮਝੋ ਸਾਡਾ ਸਟੈਂਡ ਬੜਾ ਕਲੀਅਰ ਹੈ। ਮੈਂ ਜਿਵੇਂ ਪਹਿਲਾਂ ਕਿਹਾ, ਮੈਂ ਉੱਥੇ ਮੀਟਿੰਗ ਵੀ ਅਮਿਤ ਸ਼ਾਹ ਨੂੰ ਵੀ ਕਿਹਾ, ਪਹਿਲਾਂ ਮੰਤਰੀਆਂ ਨੂੰ ਕਿਹਾ, ਵੀ ਆਰ ਪੀਸਫੁਲ, ਵੀ ਆਰ ਪੀਸਫੁਲ, ਵੀ ਵਿਲ ਬੀ ਪੀਸਫੁਲ। ਸਾਨੂੰ ਤੁਸੀਂ ਗੋਲੀਆਂ ਮਾਰੋ, ਲਾਠੀਆਂ ਮਾਰੋ, ਅਸੀਂ ਖਾਵਾਂਗੇ, ਪਰ ਇੱਕ ਯਾਦ ਰੱਖਿਓ, ਦਿਸ ਵਿਲ ਬੀ ਅਨਦਰ ਹੋਲੋਕੌਸਟ ਇਨ ਦਾ ਵਰਲਡ। ਲੱਗਦਾ ਵੀ ਇਹ ਪ੍ਰਵੋਕ ਵੀ ਹੋ ਸਕਦਾ ਜਿਹੜਾ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ। ਇੱਕ ਹੋਲੋਕੌਸਟ ਹੋ ਗਿਆ ਹਿਟਲਰ ਦੇ ਵੇਲੇ, ਤੇ ਉਹਨੂੰ ਅੱਜ ਤੱਕ ਸਾਰੀ ਦੁਨੀਆ ਯਾਦ ਕਰਦੀ ਹੈ, ਤੇ ਦਿਸ ਵਿਲ ਬੀ ਅਨਦਰ ਹੋਲੋਕੌਸਟ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨੀ ਸੰਘਰਸ਼ ਜਾਰੀ ਹੈ। ਇਸੇ ਦੇ ਵਿਚਾਲੇ ਵੱਡੀ ਖਬਰ ਇਹ ਹੈ ਕਿ ਨੈਸ਼ਨਲ ਮੀਡੀਆ ਹਾਲੇ ਵੀ ਇਸ ਕਿਸਾਨੀ ਅੰਦੋਲਨ ਨੂੰ ਗਲਤ ਢੰਗ ਨਾਲ ਪੇਸ਼ ਕਰ ਰਿਹਾ ਹੈ, ਖਾਲਿਸਤਾਨ ਦੇ ਨਾਲ ਜੋੜ ਰਿਹਾ ਹੈ। ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਸਾਡੇ ਨਾਲ ਨੇ, ਲੀਡ ਕਰ ਰਹੇ ਨੇ ਇਸ ਸੰਘਰਸ਼ ਨੂੰ। ਰਾਜੇਵਾਲ ਸਾਹਿਬ, ਹਾਲਾਂਕਿ ਤੁਸੀਂ ਕਿਹਾ ਕਿ ਵਿਰੋਧ ਨਾ ਕੀਤਾ ਜਾਵੇ, ਗੋਦੀ ਮੀਡੀਆ ਦਾ ਇੱਥੇ ਵਿਰੋਧ ਹੋਇਆ ਤਾਂ ਤੁਸੀਂ ਕਿਹਾ ਕਿ ਨਹੀਂ ਹੋਣਾ ਚਾਹੀਦਾ, ਪਰ ਹਾਲੇ ਵੀ ਕੁਝ ਮੀਡੀਆ ਚੈਨਲਸ ਦੇ ਵੱਲੋਂ ਇਸ ਢੰਗ ਨਾਲ ਪੇਸ਼ ਕੀਤਾ ਜਾਣਾ ਕੀ ਸੋਚਦੇ ਹੋ? ਇਸ ਤਰ੍ਹਾਂ ਹੈ ਵੀ ਇਹ ਕਿਸਾਨਾਂ ਦਾ ਅੰਦੋਲਨ ਹੈ, ਇੱਥੇ ਕੋਈ ਖਾਲਿਸਤਾਨ ਜਾਂ ਕੋਈ ਹੋਰ ਇਹੋ ਜਿਹੀ ਕੋਈ ਗੱਲ ਹੈ ਨਹੀਂ। ਤੇ ਮੈਂ ਸਮਝਦਾ ਵੀ ਇਹ ਮੰਦਭਾਗੀ ਗੱਲ ਹੈ ਜੇ ਕੋਈ ਟੀਵੀ ਚੈਨਲ ਮੋਦੀ ਦੇ ਦਬਾਅ ਹੇਠ ਇਹਨੂੰ ਬਦਨਾਮ ਕਰਨ ਵਾਸਤੇ ਖਾਲਿਸਤਾਨੀ ਅੰਦੋਲਨ ਜਾਂ ਕੁਝ ਹੋਰ ਕਰ ਰਿਹਾ। ਔਰ ਮੈਂ ਇਹਨੂੰ ਇੱਥੇ ਤੱਕ ਸੀਮਤ ਨਹੀਂ ਕਰਦਾ, ਬਹੁਤ ਗੰਭੀਰ ਗੱਲ ਹੈ ਦੇਸ਼ ਲਈ। ਇਹਦਾ ਮਤਲਬ ਹੈ ਵੀ ਲੋਕਾਂ ਦਾ ਮਾਈਂਡ ਸੈਟ ਬਦਲ ਕੇ ਖਾਲਿਸਤਾਨ ਵੱਲ ਲਾਉਣਾ ਚਾਹੁੰਦਾ ਹੈ। ਦਿਸ ਇਜ਼ ਟੋਟਲੀ ਐਂਟੀ ਨੈਸ਼ਨਲ। ਮੈਂ ਮਨ ਬਣਾ ਲਿਆ ਵੀ ਇਹਦਾ ਜਿਹੜਾ ਮਾਲਕ ਹੈ ਉਹਦੇ ਖਿਲਾਫ ਘੱਟੋ ਘੱਟ 10,000 ਕੇਸ ਪੰਜਾਬ 'ਚ ਇਹਦੇ ਤੇ ਕਰਾਵਾਂਗੇ, ਜਿਹੜਾ ਡੈਫੇਮੇਸ਼ਨ ਔਰ ਕ੍ਰਿਮੀਨਲ ਕੰਟੈਂਪਟ ਦਾ। ਔਰ ਇਹ ਤੋਂ ਇਲਾਵਾ ਮੈਨੂੰ ਉਹ ਆਪਣਾ ਘਰ ਨੂੰ ਬਚਾ ਕੇ ਰੱਖੇ। ਮੈਂ ਛੋਟੀ ਜਿਹੀ ਇੱਕ ਮਿਸਾਲ ਦਿੰਦਾ, ਕਿਤੇ ਹੋਰ ਨਾ ਸਾਨੂੰ ਅੱਗੇ ਵਧਣਾ ਪੈ ਜੇ। ਸਾਨੂੰ ਪਤਾ ਹੈ ਵੀ ਉਹਨੇ ਚੰਡੀਗੜ੍ਹ ਫਿਰੋਜ਼ਪੁਰ ਰੋਡ ਜਿਹੜੀ ਹੈ ਉਹਦਾ ਕੰਟਰੈਕਟ ਉਹਦੇ ਕੋਲ ਹੈ, ਉਹਦੇ 'ਚ ਇੰਨੇ ਫਲਾਹ ਨੇ ਕਰੋੜਾਂ ਰੁਪਈਆ ਉਹ ਖਾ ਗਿਆ, ਤੇ ਅਸੀਂ ਹੁਣ ਉਧਰ ਨੂੰ ਵੀ ਮੂੰਹ ਕਰਨ ਲੱਗੇ ਹਾਂ। ਲੱਗਦਾ ਵੀ ਜਾਣਬੁੱਝ ਕੇ ਹੋ ਰਿਹਾ ਹੈ, ਕੀ ਕਾਰਨ ਹੈ, ਜਾਂ ਇਹਦੇ ਵਿੱਚ ਕੋਈ ਗੱਲ ਹੈਗੀ ਐਦਾਂ ਦੀ? ਕੁਝ ਤਸਵੀਰਾਂ ਉਹ ਦਿਖਾਉਂਦੇ ਵੀ ਨੇ। ਇਹ ਮੋਦੀ ਦੇ ਦਬਾਅ ਹੇਠ ਕਰ ਰਹੇ ਨੇ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਜੋ ਕਰਦੇ ਨੇ ਤਸਵੀਰਾਂ ਦਿਖਾਉਣ ਨੂੰ ਕੀ ਹੈ ਜੀ, ਕਿਤੇ ਕੋਈ ਐਵੇਂ ਪੋਸਟਰ ਲੱਗੇ, ਇਟ ਡਸਨਟ ਮੀਨ ਵੀ ਆਰ ਖਾਲਿਸਤਾਨੀਜ਼। ਦਿਸ ਇਜ਼ ਟੋਟਲੀ ਨੌਨਸੈਂਸ। ਵੀ ਵੋਂਟ ਟੋਲਰੇਟ।
ਇਹ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਜੇ ਕੋਈ ਕਹੇ ਸਾਨੂੰ ਇੱਥੇ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨ ਦੀ ਗੱਲ ਕਰੇ। ਅਸੀਂ ਬੜਾ ਡਿਸਪਲਿਨ ਰੱਖਿਆ ਹੋਇਆ ਹੈ। ਜੇ ਕੋਈ ਪੋਸਟਰ ਲੱਗ ਗਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਾਂ AK47 ਦਾ, ਕਿਸੇ ਦੀ ਆਪਣੀ ਮਨਸ਼ਾ ਜਾਂ ਆਪਣੀ ਕੁਝ ਵੀ ਹੋ ਸਕਦੀ ਹੈ, ਇੱਥੇ ਲੱਖਾਂ ਲੋਕ ਨੇ, ਪਰ ਉਹਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਜਾਣਾ ਨਹੀਂ, ਮੈਂ ਉਹੀ ਕਹਿਣਾ ਨਾ, ਇਹ ਕਿਸਾਨ ਅੰਦੋਲਨ ਹੈ, ਹੁਣ ਤੱਕ 6 ਮਹੀਨਿਆਂ 'ਚ ਵਾਇਲੈਂਟ ਨਹੀਂ ਹੋਇਆ ਤੇ ਉਹਨਾਂ ਦੀ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਵਾਇਲੈਂਟ ਹੋਵੇ। ਉਹਨਾਂ ਦੀ ਕੋਸ਼ਿਸ਼ ਹੈ ਇਹਨੂੰ ਕਿਸੇ ਤਰ੍ਹਾਂ ਬਦਨਾਮ ਕਰੀਏ। ਸਾਡੇ ਮੁੰਡੇ ਸਾਡੇ ਕਹਿਣੇ 'ਚ ਨੇ, ਉਹ ਡਿਸਪਲਿਨ 'ਚ ਨੇ, ਉਹ ਪੀਸਫੁਲ ਹਨ, ਪੀਸਫੁਲ ਰਹਿਣਗੇ। ਕੁਝ ਬਾਈਟਸ ਨੂੰ ਛੋਟਾ ਕਰਕੇ ਪੇਸ਼ ਕੀਤਾ ਜਾਂਦਾ ਏ। ਉਹਦੇ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਲ ਹੋਈ ਕਿ ਅਸੀਂ ਇਸ ਤਰ੍ਹਾਂ ਕੀਤਾ, ਮੋਦੀ ਨੂੰ ਵੀ ਦੇਖ ਲਾਂਗੇ। ਉਹ ਕੁਝ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਕੁਝ ਬਿਆਨ ਦਿੱਤੇ ਗਏ। ਦੇਖੋ, ਅਸੀਂ ਹਮੇਸ਼ਾ ਕਿਹਾ ਵੀ ਜਿਹੜੇ ਇਦਾਂ ਦੀ ਲੋਕ ਗੱਲ ਕਰਦੇ ਨੇ ਉਹਨਾਂ ਦਾ ਸਾਡੇ ਇਸ ਅੰਦੋਲਨ ਨਾਲ ਕੋਈ ਸੰਬੰਧ ਨਹੀਂ। ਹੋਣਗੇ ਬਾਹਰ ਸਮਾਜ ਦੇ ਵਿੱਚ ਕੁਝ ਹੋਣ, ਪਰ ਜੇ ਉਹ ਇਹਨੂੰ ਸਾਡੇ ਅੰਦੋਲਨ ਨਾਲ ਜੋੜ ਕੇ ਚੱਲਣਗੇ, ਅਸੀਂ ਵੀ ਵੋਂਟ ਟੋਲਰੇਟ, ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ। ਜਿਹੜੀ ਕੱਲ 10 ਤਰੀਕ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮਨੁੱਖੀ ਅਧਿਕਾਰ ਦਿਨ ਵੀ ਮਨਾਇਆ ਗਿਆ ਤਾਂ ਉੱਥੇ ਬਹੁਤ ਸਾਰੇ ਜਿਹੜੇ ਫੋਟੋਆਂ ਲਾਈਆਂ ਗਈਆਂ ਹੱਥਾਂ ਦੇ ਵਿੱਚ ਫੜਾ ਕੇ, ਉਹਨੂੰ ਵੀ ਵੱਡੇ ਢੰਗ ਨਾਲ ਪੇਸ਼ ਕੀਤਾ ਗਿਆ ਕਿ ਉਮਰ ਖਾਲਿਦ ਤੋਂ ਲੈ ਕੇ ਜਿਨ੍ਹਾਂ ਤੇ ਦੇਸ਼ ਧਰੋਹ ਦੇ ਕੇਸ ਨੇ ਉਹਨਾਂ ਨੂੰ ਰਿਹਾ ਕਰਾਉਣ ਦੀ ਗੱਲ ਹੋ ਰਹੀ ਹੈ। ਬਿਹਤਰ ਹੈ ਇਹਦਾ ਸਵਾਲ ਤੁਸੀਂ ਉਗਰਾਹਾਂ ਨੂੰ ਪੁੱਛੋ ਜੀ, ਪਰ ਤੁਹਾਡੀ ਕੋਈ ਰਿਐਕਸ਼ਨ ਨਹੀਂ, ਇਹ ਉਗਰਾਹਾਂ ਨੂੰ ਪੁੱਛੋ, ਸਾਡੇ ਕਿਤੇ ਵੀ ਇਦਾਂ ਫਿਰ ਇੱਕ ਵਾਰੀ ਅੱਜ ਦਾ ਜਿਹੜਾ ਹੁਣ ਪ੍ਰੋਟੈਸਟ ਚੱਲ ਰਿਹਾ ਹੈ, ਅੱਜ ਦਿੱਲੀ ਜੈਪੁਰ ਹਾਈਵੇ ਆ, ਉਹ ਕਦੋਂ ਤੱਕ ਜਾਮ ਹੋਣ ਦੀ ਸੰਭਾਵਨਾ? ਉਹ ਕੱਲ ਤੱਕ ਜਾਮ ਹੋ ਜਾਏਗਾ। ਠੀਕ ਹੈ, ਅੱਜ ਟੋਲ ਪਲਾਜ਼ੇ ਰੋਕੇ ਜਾ ਰਹੇ ਨੇ ਵਸੂਲੀ ਸਾਰੇ, ਅੱਜ ਰੋਕੇ ਜਾ ਰਹੇ ਸਾਰੇ ਦੇਸ਼ ਭਰ ਦੇ ਟੋਲ ਪਲਾਜ਼ੇ ਔਰ ਰਿਲਾਇੰਸ ਦੇ ਜਿਹੜੇ ਮਾਲਸ ਨੇ ਉਹ ਸਾਰੇ ਅੱਜ ਘੇਰੇ ਜਾਣਗੇ। ਇਹ ਤੋਂ ਇਲਾਵਾ ਬੀਜੇਪੀ ਦੇ ਜਿਹੜੇ ਲੀਡਰਸ ਨੇ ਉਹਨਾਂ ਦੇ ਦਰਾਂ ਮੂਹਰੇ ਧਰਨੇ ਵੀ ਸਾਰੇ ਦੇਸ਼ ਵਿੱਚ ਸ਼ੁਰੂ ਹੋ ਜਾਣਗੇ। ਰਜਲ ਸਾਹਿਬ, ਜੀਓ ਸਿਮ ਕਹਿੰਦੇ ਨੇ ਹੋ ਰਹੇ ਨੇ, ਚੇਂਜ ਹੋ ਰਹੇ ਨੇ ਬਹੁਤ ਜ਼ਿਆਦਾ, ਤੁਹਾਡੇ ਕੋਲ ਕੋਈ ਖਬਰ ਹੈ ਇਸ ਤਰ੍ਹਾਂ ਦੀ ਬਾਈਕਾਟ ਹੋ ਰਿਹਾ? ਵੱਡੀ ਪੱਧਰ ਤੇ ਲੋਕਾਂ ਨੇ ਜੀਓ ਦੇ ਸਿਮ ਨੇ ਜਿਹੜੇ ਉਹ ਕਿਸੇ ਹੋਰ ਕੰਪਨੀ 'ਚ ਕਨਵਰਟ ਕਰਨੇ ਸ਼ੁਰੂ ਕਰ ਦਿੱਤੇ। ਇਹ ਸਾਨੂੰ ਪਤਾ ਹੈ। ਠੀਕ ਹੈ, ਹੁਣ ਕੋਈ ਗੱਲਬਾਤ ਲਈ ਕੋਈ ਉਧਰੋਂ ਸੱਦਾ ਆਇਆ? ਬਾਰ-ਬਾਰ ਕੁਝ ਇਸ ਤਰ੍ਹਾਂ ਦੇ ਬਿਆਨ ਆ ਰਹੇ ਨੇ ਕਿ ਨਹੀਂ, ਗੱਲਬਾਤ ਤੋੜਨੀ ਨਹੀਂ ਚਾਹੀਦੀ। ਨਹੀਂ, ਗੱਲਬਾਤ ਅਸੀਂ ਨਹੀਂ ਤੋੜ ਰਹੇ। ਸਾਡੇ ਰਸਤੇ ਹਮੇਸ਼ਾ ਖੁੱਲੇ ਨੇ ਗੱਲਬਾਤ ਦੇ। ਇਸ ਹੁਣ ਸਰਕਾਰ ਨੇ ਦੇਖਣਾ। ਗੱਲ ਤਾਂ ਸਿਰਫ ਜਿਹੜੇ ਐਕਟ ਨੇ ਉਹਨਾਂ ਨੂੰ ਰਿਪੀਲ ਕਰਨ ਦੀ, ਅਮੈਂਡਮੈਂਟਸ ਦੀ ਨਹੀਂ ਹੈ। ਨਹੀਂ, ਮੀਟਿੰਗ ਤੇ ਗੱਲ ਉਹਨਾਂ ਨੇ ਕਿਹਾ ਸੀ ਸਾਡੇ ਦਰਵਾਜ਼ੇ ਖੁੱਲੇ ਨੇ, ਤੁਹਾਡੇ ਦਰਵਾਜ਼ੇ ਖੁੱਲੇ ਨੇ? ਗੱਲ ਅਸੀਂ ਵੀ ਕਿਹਾ ਵੀ ਸਾਡੇ ਦਰਵਾਜ਼ੇ ਖੁੱਲੇ ਨੇ, ਅਸੀਂ ਕਦੋਂ ਇਨਕਾਰ ਕੀਤਾ? ਪਰ ਕੋਈ ਸਾਰਥਕ ਲੈ ਕੇ ਆਉਣ। ਜੇ ਮੁੜ ਉਹੀ ਜਿਹੜੀ ਬਹਿਸ ਅਸੀਂ 5 ਵਾਰੀ ਕਰ ਚੁੱਕੇ, ਫਿਰ ਉਹੀ ਬਹਿਸ ਕਰਨੀ ਹੈ, ਉਹਦੇ 'ਚ ਕੁਝ ਨਿਕਲਦਾ ਨਹੀਂ। ਇਸੇ ਲਈ ਅਸੀਂ ਉੱਥੇ ਲਿਖਤਾ ਸੀ ਯੈਸ ਔਰ ਨੋ, ਸਾਨੂੰ ਸਾਫ਼ ਜਵਾਬ ਦਿਓ। ਉਹ ਦੇਣ ਨੂੰ ਤਿਆਰ ਨਹੀਂ। ਰਾਜੇਵਾਲ ਸਾਹਿਬ, ਕੁਝ ਬਿਆਨ ਜਿਹੜੇ ਸਟੇਜ ਤੋਂ ਵੀ ਹੋ ਜਾਂਦੇ ਨੇ, ਆਲੇ ਦੁਆਲੇ ਤੋਂ ਵੀ ਹੋ ਜਾਂਦੇ ਨੇ ਕਿ ਜਾਂ ਖੇਤੀ ਕਾਨੂੰਨ ਰੱਦ ਕਰੋ, ਤੁਹਾਡੇ ਵੀ ਆਗੂ ਕਹਿੰਦੇ ਨੇ, ਜਾਂ ਫਿਰ ਗੋਲੀ ਮਾਰ ਦਿਓ ਸਾਡੇ, ਜਾਂ ਅਸੀਂ ਮਰਾਂਗੇ, ਜਾਂ ਅਸੀਂ ਖੇਤੀ ਕਾਨੂੰਨ ਰੱਦ ਕਰਾਵਾਂਗੇ। ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ? ਸਮਝੋ, ਸਾਡਾ ਸਟੈਂਡ ਬੜਾ ਕਲੀਅਰ ਹੈ। ਮੈਂ ਜਿਵੇਂ ਪਹਿਲਾਂ ਕਿਹਾ, ਮੈਂ ਉੱਥੇ ਮੀਟਿੰਗ 'ਚ ਵੀ ਅਮਿਤ ਸ਼ਾਹ ਨੂੰ ਵੀ ਕਿਹਾ, ਪਹਿਲਾਂ ਮੰਤਰੀਆਂ ਨੂੰ ਕਿਹਾ, ਵੀ ਵਰ ਪੀਸਫੁਲ, ਵੀ ਆਰ ਪੀਸਫੁਲ, ਵੀ ਵਿਲ ਬੀ ਪੀਸਫੁਲ। ਅਸੀਂ ਜਦੋਂ ਸ਼ਾਂਤਮਈ ਰਹਾਂਗੇ, ਅਸੀਂ ਕੁਝ ਵੀ ਤੁਹਾਡਾ ਤਸ਼ੱਦਦ ਸਹਿਣ ਲਈ ਤਿਆਰ ਹਾਂ। ਤੁਹਾਡੇ ਕੋਲ ਦੋ ਹੀ ਰਸਤੇ ਨੇ, ਜਾਂ ਤਾਂ ਕਾਨੂੰਨ ਰਿਪੀਲ ਕਰੋ, ਜਾਂ ਸਾਨੂੰ ਤੁਸੀਂ ਗੋਲੀਆਂ ਮਾਰੋ, ਲਾਠੀਆਂ ਮਾਰੋ, ਅਸੀਂ ਖਾਵਾਂਗੇ। ਪਰ ਇੱਕ ਯਾਦ ਰੱਖਿਓ, ਦਿਸ ਵਿਲ ਬੀ ਅਨਦਰ ਹੋਲੋਕਾਸਟ ਇਨ ਦਾ ਵਰਲਡ। ਪਰ ਤੁਹਾਨੂੰ ਲੱਗਦਾ ਵੀ ਇਹ ਪ੍ਰਵੋਕ ਵੀ ਹੋ ਸਕਦਾ ਜਿਹੜਾ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ? ਮੈਂ ਕਹਿਣਾ ਜੀ, ਇਹ ਇੱਕ ਹੋਲੋਕਾਸਟ ਹੋਊ ਜਿਹਨੂੰ ਸਾਰੀ ਦੁਨੀਆ ਬਰਦਾਸ਼ਤ ਨਹੀਂ ਕਰੇਗੀ। ਇੱਕ ਹੋਲੋਕਾਸਟ ਹੋ ਗਿਆ ਹਿਟਲਰ ਦੇ ਵੇਲੇ, ਤੇ ਉਹਨੂੰ ਅੱਜ ਤੱਕ ਸਾਰੀ ਦੁਨੀਆ ਯਾਦ ਕਰਦੀ ਹੈ। ਇਹ ਦਿਸ ਵਿਲ ਬੀ ਅਨਦਰ ਹੋਲੋਕਾਸਟ। ਦੀਪ ਸਿੱਧੂ ਨੇ ਬਿਆਨ ਦਿੱਤਾ ਪਿਛਲੇ ਦਿਨੀ, ਕਹਿੰਦੇ ਕਿ ਉਰੇ ਸਮੂਹਕ ਕਤਲੇਆਮ ਕਰਾਉਣਾ ਚਾਹੁੰਦੀ ਹੈ ਇੱਕ ਧਿਰ, ਕਾਮਰੇਡ ਦਾ ਉਹਨਾਂ ਨੇ ਨਾਂ ਲਿਆ, ਆਪਣੀ ਰਾਜਨੀਤੀ ਸਿਆਸੀ ਹਾਸ਼ੀਏ ਤੇ ਨੇ ਅੱਗੇ ਆਉਣਾ ਚਾਹੁੰਦੇ ਨੇ, ਇਸ ਤਰ੍ਹਾਂ ਦੀ ਗੱਲ। ਉਹ ਮੋਦੀ ਦਾ ਚੇਲਾ, ਮੈਨੂੰ ਕਹਦੇ ਉਹਦੇ ਬਾਰੇ ਕੋਈ ਪੁੱਛਦੇ ਹੋ? ਉਹ ਮੋਦੀ ਕਰਦਾ, ਉਹ ਤਾਂ ਅੰਦਰੋਂ ਉਹਨੂੰ ਲੱਗਿਆ ਹੋਇਆ। ਉਹ ਤਾਂ ਕਹਿ ਰਹੇ ਕਿ ਮੈਂ ਪਹਿਲੇ ਦਿਨ ਤੋਂ ਨਾਲ ਹੈ ਕਿਸਾਨੀ ਸੰਘਰਸ਼ ਦੇ। ਨਾਲ ਕਾਹਨੂੰ ਹੈ? ਉਹ ਤਾਂ ਵਿਰੋਧ 'ਚ ਬੈਠਾ ਹੈ। ਉਹ ਤਾਂ ਕਾਹਨੂੰ ਪੁੱਛਦੇ ਹੋ ਮੇਰੇ ਕੋਲ? ਜੀ ਰਾਜੇਵਾਲ ਸਾਹਿਬ, ਗੱਲ ਦੇਖੋ, ਲੋਕ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਕਰਦੇ ਨੇ, ਕਹਿੰਦੇ ਪਿੱਛੇ ਕਰਦੇ ਹੋ ਦੀਪ ਸਿੱਧੂ ਨੂੰ, ਤੁਸੀਂ ਇੱਕ ਵਾਰ ਮਤਾ ਪਾਤਾ, 2 ਵਾਰ ਸਟੇਜ ਤੋਂ ਕਹਿਤਾ ਕਿ ਨੇੜੇ ਨਾ ਆਓ। ਅਸੀਂ ਉਹਨਾਂ ਨੂੰ ਵੀ ਪੁੱਛਿਆ ਸੀਗਾ ਕਿ ਕੀ ਨਾਰਾਜ਼ਗੀ ਹੈ ਕਿਸਾਨ ਜਥੇਬੰਦੀਆਂ ਦੀ, ਉਹ ਕਹਿੰਦੇ ਕਿਸਾਨ ਜਥੇਬੰਦੀਆਂ ਜਾਣਣੇ ਤਾਂ ਵੀ ਮੇਰੇ ਨਾਲ ਕੀ ਨਾਰਾਜ਼ਗੀ ਹੈ। ਕੁਛ ਨਹੀਂ, ਉਹਨੂੰ ਸ਼ਹਿ ਹੈ ਮੋਦੀ ਦੀ, ਬਸ ਆਹੀ ਨਾਰਾਜ਼ਗੀ ਹੈ। ਨਹੀਂ, ਪਰ ਕੋਈ ਸਬੂਤ ਤਾਂ ਹੋਣਾ ਚਾਹੀਦਾ। ਨਹੀਂ, ਸਬੂਤ ਇਹ ਤੋਂ ਵੱਧ ਕੀ ਆ? ਉਹਦਾ ਇਲੈਕਸ਼ਨ ਇੰਚਾਰਜ ਸੀਗਾ ਦਿਓਲ ਦਾ, ਸਨੀ ਦਿਓਲ ਦਾ ਇਲੈਕਸ਼ਨ ਇੰਚਾਰਜ ਸੀ। ਸਨੀ ਦਿਓਲ ਨੇ ਟਵੀਟ ਕਰਤਾ ਵੀ ਸਾਡੇ ਨਾਲ ਕੋਈ ਸੰਬੰਧ। ਉਹ ਹੁਣ ਕਰਦਾ ਟਵੀਟ, ਮੋਦੀ ਨੂੰ ਨਾਲ ਲੈ ਕੇ ਉਹਨੂੰ ਮਿਲਦਾ, ਉਹਦੀਆਂ ਫੋਟੋਆਂ ਨੇ, ਆਮ ਪਬਲਿਕ 'ਚ ਨੇ ਫੋਟੋਆਂ ਉਹਦੀਆਂ। ਪਰ ਉਹ ਪਾਸਟ ਹੈ, ਕਹਿੰਦਾ ਮੇਰਾ ਪਾਸਟ ਹੈ। ਪਾਸਟ ਹੈ, ਫਿਰ ਇਦਾਂ ਹੀ ਹੁੰਦਾ ਨਾ, ਜਦੋਂ ਬੰਦੇ ਨੂੰ ਵਰਤਣਾ ਹੁੰਦਾ, ਪੋਲੀਟੀਸ਼ੀਅਨ ਇਦਾਂ ਹੀ ਵਰਤਦੇ ਨੇ। ਤੁਹਾਨੂੰ ਹਾਲੇ ਵੀ ਲੱਗਦਾ ਨਹੀਂ ਹੈ? ਕਲੀਅਰ ਕੱਟ, ਹੋਰ ਕੋਈ ਉਹਦੇ 'ਚ ਕੋਈ ਦੋ ਰਾਏ ਨਹੀਂ। ਬੜਾ ਨੰਗਾ ਚਿੱਟਾ ਉਹ ਮੋਦੀ ਦਾ
ਪਾਰਟ ਪਲੇ ਕਰ ਰਿਹਾ। ਕੋਈ ਇਹਦੇ ਚ ਕਿਹੜੀ ਗੱਲ ਤੋਂ ਲੱਗਦਾ ਤੁਹਾਨੂੰ ਸਰ? ਨਹੀਂ, ਐਵੇਂ ਜਿੰਨੇ ਮਰਜ਼ੀ ਕਰ ਲਓ, ਇਹਦੇ ਚ ਕੋਈ ਹੈ ਨਹੀਂ, ਕੋਈ ਭੁਲੇਖਾ ਨਹੀਂ, ਸਾਨੂੰ ਚੰਗੀ ਤਰ੍ਹਾਂ ਪਤਾ ਹੈ। ਜੀ 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 ਜੀ। ਅੱਜ ਦਾ ਸੰਘਰਸ਼ ਜਾਰੀ ਹੈ ਤੇ ਅੱਗੇ ਜਿਹੜੀਆਂ ਕਾਲਸ ਦਿੱਤੀਆਂ ਹੋਈਆਂ ਨੇ 14 ਤਰੀਕ ਦੀਆਂ, ਜਿਹੜੀ ਅੱਜ ਦੀ ਆ ਕੱਲ ਦੀ ਆ, ਉਹ ਤਿੱਖਾ ਹੋ ਰਿਹਾ ਅੰਦੋਲਨ ਉਹ ਜਾਰੀ ਰਹਿਣਗੀਆਂ। ਸਾਰੇ ਜਿਹੜੀ ਲਾਇਆ ਅਸੀਂ ਪ੍ਰੋਗਰਾਮ ਐਲਾਨ ਕੀਤਾ, ਸਾਰੇ ਪੰਜਾਬ ਵਿੱਚ, ਸਾਰੇ ਦੇਸ਼ ਵਿੱਚ ਲਾਗੂ ਹੋ ਜਾਣਗੇ। ਬਹੁਤ ਧੰਨਵਾਦ, ਬਹੁਤ ਧੰਨਵਾਦ ਬਲਵੀਰ ਸਿੰਘ ਰਾਜੇਵਾਲ ਜੀ ਸਮਾਂ ਦੇਣ ਲਈ। ਬਲਵੀਰ ਸਿੰਘ ਰਾਜੇਵਾਲ ਨੇ ਸਾਫ਼ ਕਰ ਦਿੱਤਾ ਹੈ ਕਿ ਇੱਕ ਮੀਡੀਆ ਚੈਨਲ ਦੇ ਵੱਲੋਂ ਜੋ ਗਲਤ ਬਿਆਨਬਾਜ਼ੀ ਪ੍ਰੋਪੋਗੰਡਾ ਕੀਤਾ ਗਿਆ ਹੈ ਤਾਂ 10,000 ਤੋਂ ਵੱਧ ਕੇਸ ਜਿਹੜੇ ਨੇ, ਵੱਧ ਸ਼ਿਕਾਇਤਾਂ ਜਿਹੜੀਆਂ ਨੇ ਉਹ ਉਸ ਮੀਡੀਆ ਚੈਨਲ ਦੇ ਜੋ ਉਹਨਾਂ ਦਾ ਪ੍ਰਮੁੱਖ ਹੈ ਉਹਨਾਂ ਤੇ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਹੀ ਜਿਹੜੇ ਕਹਿੰਦੇ ਨੇ ਕਿ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਖਿਲਾਫ ਵੀ ਹੁਣ ਕਾਰਵਾਈ ਕਰਾਈ ਜਾਊਗੀ ਕਿ ਅਸੀਂ ਟੋਲਰੇਟ ਨਹੀਂ ਕਰਾਂਗੇ। ਇਸ ਤੋਂ ਬਿਨਾਂ ਦੀਪ ਸਿੱਧੂ ਨੂੰ ਵੀ ਮੁੜ ਤੋਂ ਪ੍ਰਧਾਨ ਮੰਤਰੀ ਮੋਦੀ ਬੀਜੇਪੀ ਦੇ ਨਾਲ ਜੋੜ ਦਿੱਤਾ ਹੈ ਕਿ ਦੀਪ ਸਿੱਧੂ ਭਾਜਪਾ ਦਾ ਹੀ ਬੰਦਾ ਹੈ, ਇਸ ਕਰਕੇ ਅਸੀਂ ਉਹਨੂੰ ਕਿਸਾਨੀ ਸੰਘਰਸ਼ ਦੇ ਨੇੜੇ ਨਹੀਂ ਆਉਣ ਦੇ ਰਹੇ। ਸੋ ਬਲਬੀਰ ਸਿੰਘ ਰਾਜੇਵਾਲ ਦੇ ਇਹ ਬੋਲ ਬਹੁਤ ਵੱਡੇ ਨੇ। ਉਹਨਾਂ ਦਾ ਕਹਿਣਾ ਕਿ ਅਸੀਂ ਪੀਸਫੁਲ ਹਾਂ ਪਰ ਅਸੀਂ ਡਾਂਗਾ ਖਾਣ ਲਈ, ਗੋਲੀਆਂ ਖਾਣ ਲਈ ਤਿਆਰ ਹਾਂ। ਸਰਕਾਰ ਨੂੰ ਇੱਕੋ ਹੀ ਗੱਲ ਕਹਿ ਦਿੱਤੀ ਹੈ ਕਿ ਜਾਂ ਕਾਨੂੰਨ ਵਾਪਸ ਲੈ ਲਓ ਜਾਂ ਸਾਡੇ ਡੰਡੇ ਮਾਰੋ, ਗੋਲੀਆਂ ਮਾਰੋ, ਅਸੀਂ ਤਸ਼ੱਦਦ ਸਹਿਣ ਲਈ ਤਿਆਰ ਹਾਂ। ਫਿਲਹਾਲ ਦੇਖਣਾ ਹੋਏਗਾ ਅੱਗੇ ਸੰਘਰਸ਼ ਦੀ ਰੂਪਰੇਖਾ ਕੀ ਰਹਿੰਦੀ ਹੈ। ਕੈਮਰਾਮੈਨ ਦੇਸਰਾਜ ਦੇ ਨਾਲ ਰਣਬੀਰ ਸਿੰਘ ਰਾਣਾ। ਹਾਲਾਂਕਿ ਤੁਸੀਂ ਕਿਹਾ ਕਿ ਵਿਰੋਧ ਨਾ ਕੀਤਾ ਜਾਵੇ, ਗੋਦੀ ਮੀਡੀਆ ਦਾ ਇੱਥੇ ਵਿਰੋਧ ਹੋਇਆ ਤਾਂ ਤੁਸੀਂ ਕਿਹਾ ਕਿ ਨਹੀਂ ਹੋਣਾ ਚਾਹੀਦਾ, ਪਰ ਹਾਲੇ ਵੀ ਕੁਝ ਮੀਡੀਆ ਚੈਨਲਸ ਦੇ ਵੱਲੋਂ ਇਸ ਢੰਗ ਨਾਲ ਪੇਸ਼ ਕੀਤਾ ਜਾਣਾ, ਕੀ ਸੋਚਦੇ ਹੋ? ਇਹਦਾ ਮਤਲਬ ਹੈ ਵੀ ਲੋਕਾਂ ਦਾ ਮਾਈਂਡ ਸੈਟ ਬਦਲ ਕੇ ਖਾਲਿਸਤਾਨ ਵੱਲ ਲਾਉਣਾ ਚਾਹੁੰਦਾ ਹੈ। ਦਿਸ ਇਜ਼ ਟੋਟਲੀ ਐਂਟੀ ਨੈਸ਼ਨਲ। ਮੈਂ ਮਨ ਬਣਾ ਲਿਆ ਵੀ ਇਸ ਇਹਦਾ ਜਿਹੜਾ ਮਾਲਕ ਹੈ ਉਹਦੇ ਖਿਲਾਫ ਘੱਟੋ ਘੱਟ 10,000 ਕੇਸ ਪੰਜਾਬ 'ਚ ਇਹਦੇ ਤੇ ਕਰਾਵਾਂਗੇ। ਦੀਪ ਸਿੱਧੂ ਨੇ ਬਿਆਨ ਦਿੱਤਾ ਪਿਛਲੇ ਦਿਨੀ, ਕਹਿੰਦੇ ਕਿ ਉਰੇ ਸਮੂਹਕ ਕਤਲੇਆਮ ਕਰਾਉਣਾ ਚਾਹੁੰਦੀ ਹੈ ਇੱਕ ਧਿਰ, ਕਾਮਰੇਡ ਦਾ ਉਹਨਾਂ ਨੇ ਨਾਂ ਲਿਆ, ਆਪਣੀ ਰਾਜਨੀਤੀ ਸਿਆਸੀ ਹਾਸ਼ੀਏ ਤੇ ਨੇ ਅੱਗੇ ਆਉਣਾ ਉਹਨਾਂ ਦੀ ਗੱਲ। ਉਹ ਮੋਦੀ ਦਾ ਚੇਲਾ, ਮੈਨੂੰ ਕਹਦੇ ਉਹਦੇ ਬਾਰੇ ਕੋਈ ਪੁੱਛਦੇ ਹੋ? ਉਹ ਮੋਦੀ ਕਰਦਾ, ਉਹਦਾ ਅੰਦਰ ਉਹਨੂੰ ਧੁੜਕੂ ਲੱਗਿਆ ਹੋਇਆ। ਉਹ ਤਾਂ ਕਹਿ ਰਹੇ ਕਿ ਮੈਂ ਪਹਿਲੇ ਦਿਨ ਤੋਂ ਨਾਲ ਹਾਂ ਕਿਸਾਨੀ ਸੰਘਰਸ਼ ਦੇ ਨਾਲ। ਕਾਹਨੂੰ ਹੈ, ਉਹਦਾ ਵਿਰੋਧ 'ਚ ਬੈਠਾ ਹੈ। ਸੋਸ਼ਲ ਮੀਡੀਆ ਤੇ ਬਹੁਤ ਚਰਚਾ ਕਰਦੇ ਨੇ, ਕਹਿੰਦੇ ਪਿੱਛੇ ਕਰਦੇ ਹੋ ਦੀਪ ਸਿੱਧੂ ਨੂੰ, ਤੁਸੀਂ ਇੱਕ ਵਾਰ ਮਤਾ ਪਾਤਾ, 2 ਵਾਰ ਸਟੇਜ ਤੋਂ ਕਹਿਤਾ ਕਿ ਨੇੜੇ ਨਾ ਆਓ। ਅਸੀਂ ਉਹਨਾਂ ਨੂੰ ਵੀ ਪੁੱਛਿਆ ਸੀਗਾ ਕਿ ਕੀ ਨਾਰਾਜ਼ਗੀ ਹੈ ਕਿਸਾਨ ਜਥੇਬੰਦੀਆਂ ਦੀ, ਉਹ ਕਹਿੰਦੇ ਕਿਸਾਨ ਜਥੇਬੰਦੀਆਂ ਜਾਣਣੇ ਤਾਂ ਵੀ ਮੇਰੇ ਨਾਲ ਕੀ ਨਾਰਾਜ਼ਗੀ। ਕੁਝ ਨਹੀਂ, ਉਹਨੂੰ ਸ਼ਹਿ ਹੈ ਮੋਦੀ ਦੀ, ਬਸ ਆਹੀ ਨਾਰਾਜ਼ਗੀ। ਸਬੂਤ ਹੋਣਾ ਚਾਹੀਦਾ। ਸਬੂਤ ਇਹ ਤੋਂ ਵੱਧ ਕੀ ਆ? ਉਹਦਾ ਇਲੈਕਸ਼ਨ ਇੰਚਾਰਜ ਸੀਗਾ ਦਿਓਲ ਦਾ, ਸੰਨੀ ਦਿਓਲ ਦਾ ਇਲੈਕਸ਼ਨ ਇੰਚਾਰਜ ਸੀ। ਸੰਨੀ ਦਿਓਲ ਨੇ ਟਵੀਟ ਕਰਤਾ ਵੀ ਸਾਡੇ ਨਾਲ ਕੋਈ ਸੰਬੰਧ। ਉਹ ਹੁਣ ਕਰਦਾ ਟਵੀਟ, ਮੋਦੀ ਨੂੰ ਨਾਲ ਲੈ ਕੇ ਉਹਨੂੰ ਮਿਲਦਾ, ਉਹਦੀਆਂ ਫੋਟੋਆਂ ਨੇ, ਆਮ ਪਬਲਿਕ ਨੇ ਫੋਟੋਆਂ ਉਹਦੀਆਂ। ਫਿਰ ਉਹ ਪਾਸਟ ਹੈ, ਕਹਿੰਦਾ ਮੇਰਾ ਪਾਸਟ ਹੈ। ਪਾਸਟ ਹੈ, ਫਿਰ ਇਦਾਂ ਹੀ ਹੁੰਦਾ ਨਾ, ਜਦੋਂ ਬੰਦੇ ਨੂੰ ਵਰਤਣਾ ਹੁੰਦਾ ਪੋਲੀਟੀਸ਼ੀਅਨ ਇਦਾਂ ਹੀ ਵਰਤਦੇ ਨੇ। ਪੋਸਟਰ ਲੱਗ ਗਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਾਂ AK47 ਦਾ, ਕਿਸੇ ਦੀ ਆਪਣੀ ਮਨਸ਼ਾ ਜਾਂ ਆਪਣੀ ਕੁਝ ਵੀ ਹੋ ਸਕਦੀ ਹੈ, ਇੱਥੇ ਲੱਖਾਂ ਲੋਕ ਨੇ, ਪਰ ਉਹਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਜਾਣਾ ਨਹੀਂ। ਮੈਂ ਉਹੀ ਕਹਿਣਾ ਨਾ, ਇਹ ਕਿਸਾਨ ਅੰਦੋਲਨ ਹੈ, ਹੁਣ ਤੱਕ 6 ਮਹੀਨਿਆਂ 'ਚ ਵਾਇਲੈਂਟ ਨਹੀਂ ਹੋਇਆ ਤੇ ਉਹਨਾਂ ਦੀ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਵਾਇਲੈਂਟ ਹੋਵੇ। ਉਹਨਾਂ ਦੀ ਕੋਸ਼ਿਸ਼ ਹੈ ਇਹਨੂੰ ਕਿਸੇ ਤਰ੍ਹਾਂ ਬਦਨਾਮ ਕਰੀਏ। ਵਾਈਟਸ ਨੂੰ ਛੋਟਾ ਕਰਕੇ ਪੇਸ਼ ਕੀਤਾ ਜਾਂਦਾ ਹੈ। ਉਹਦੇ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਲ ਹੋਈ ਕਿ ਅਸੀਂ ਇਸ ਤਰ੍ਹਾਂ ਕੀਤਾ, ਮੋਦੀ ਨੂੰ ਵੀ ਦੇਖ ਲਾਂਗੇ। ਉਹ ਕੁਝ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਕੁਝ ਬਿਆਨ ਦਿੱਤੇ। ਦੇਖੋ, ਅਸੀਂ ਹਮੇਸ਼ਾ ਕਿਹਾ ਵੀ ਜਿਹੜੇ ਇਦਾਂ ਦੀ ਲੋਕ ਗੱਲ ਕਰਦੇ ਨੇ ਉਹਨਾਂ ਸਾਡੇ ਇਸ ਅੰਦੋਲਨ ਨਾਲ ਕੋਈ ਸੰਬੰਧ ਨਹੀਂ। ਹੋਣਗੇ ਬਾਹਰ ਸਮਾਜ ਦੇ ਵਿੱਚ ਕੁਝ ਹੋਣ, ਪਰ ਜੇ ਉਹ ਇਹਨੂੰ ਸਾਡੇ ਅੰਦੋਲਨ ਨਾਲ ਜੋੜ ਕੇ ਚੱਲਣਗੇ, ਅਸੀਂ ਵੀ ਵੋਂਟ ਟੋਲਰੇਟ, ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ। ਕਿ ਜਾਂ ਖੇਤੀ ਕਾਨੂੰਨ ਰੱਦ ਕਰੋ, ਤੁਹਾਡੇ ਵੀ ਆਗੂ ਕਹਿੰਦੇ ਨੇ, ਜਾਂ ਫਿਰ ਗੋਲੀ ਮਾਰ ਦਿਓ ਸਾਡੇ, ਜਾਂ ਅਸੀਂ ਮਰਾਂਗੇ ਜਾਂ ਅਸੀਂ ਖੇਤੀ ਕਾਨੂੰਨ ਰੱਦ ਕਰਾਵਾਂਗੇ। ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ? ਸਮਝੋ ਸਾਡਾ ਸਟੈਂਡ ਬੜਾ ਕਲੀਅਰ ਹੈ। ਮੈਂ ਜਿਵੇਂ ਪਹਿਲਾਂ ਕਿਹਾ, ਮੈਂ ਉਹਦੇ ਮੀਟਿੰਗ ਵੀ ਅਮਿਤ ਸ਼ਾਹ ਨੂੰ ਵੀ ਕਿਹਾ, ਪਹਿਲਾਂ ਮੰਤਰੀਆਂ ਨੂੰ ਕਿਹਾ, ਵੀ ਵਰ ਪੀਸਫੁਲ, ਵੀ ਆਰ ਪੀਸਫੁਲ, ਵੀ ਵਿਲ ਬੀ ਪੀਸਫੁਲ। ਸਾਨੂੰ ਤੁਸੀਂ ਗੋਲੀਆਂ ਮਾਰੋ, ਲਾਠੀਆਂ ਮਾਰੋ, ਅਸੀਂ ਖਾਵਾਂਗੇ, ਪਰ ਇੱਕ ਯਾਦ ਰੱਖਿਓ, ਦਿਸ ਵਿਲ ਬੀ ਅਨਦਰ ਹੋਲੋਕੌਸਟ ਇਨ ਦਾ ਵਰਲਡ। ਲੱਗਦਾ ਵੀ ਇਹ ਪ੍ਰਵੋਕ ਵੀ ਹੋ ਸਕਦਾ ਜਿਹੜਾ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ। ਇੱਕ ਹੋਲੋਕੌਸਟ ਹੋ ਗਿਆ ਹਿਟਲਰ ਦੇ ਵੇਲੇ, ਤੇ ਉਹਨੂੰ ਅੱਜ ਤੱਕ ਸਾਰੀ ਦੁਨੀਆ ਯਾਦ ਕਰਦੀ ਹੈ, ਤੇ ਦਿਸ ਵਿਲ ਬੀ ਅਨਦਰ ਹੋਲੋਕੌਸਟ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਣਬੀਰ ਸਿੰਘ ਰਾਣਾ। ਕਿਸਾਨੀ ਸੰਘਰਸ਼ ਜਾਰੀ ਹੈ। ਇਸੇ ਦੇ ਵਿਚਾਲੇ ਵੱਡੀ ਖਬਰ ਇਹ ਹੈ ਕਿ ਨੈਸ਼ਨਲ ਮੀਡੀਆ ਹਾਲੇ ਵੀ ਇਸ ਕਿਸਾਨੀ ਅੰਦੋਲਨ ਨੂੰ ਗਲਤ ਢੰਗ ਨਾਲ ਪੇਸ਼ ਕਰ ਰਿਹਾ ਹੈ, ਖਾਲਿਸਤਾਨ ਦੇ ਨਾਲ ਜੋੜ ਰਿਹਾ ਹੈ। ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਸਾਡੇ ਨਾਲ ਨੇ, ਲੀਡ ਕਰ ਰਹੇ ਨੇ ਇਸ ਸੰਘਰਸ਼ ਨੂੰ। ਰਾਜੇਵਾਲ ਸਾਹਿਬ,
ਹਾਲਾਂਕਿ ਤੁਸੀਂ ਕਿਹਾ ਕਿ ਵਿਰੋਧ ਨਾ ਕੀਤਾ ਜਾਵੇ, ਗੋਦੀ ਮੀਡੀਆ ਦਾ ਇੱਥੇ ਵਿਰੋਧ ਹੋਇਆ ਤਾਂ ਤੁਸੀਂ ਕਿਹਾ ਕਿ ਨਹੀਂ ਹੋਣਾ ਚਾਹੀਦਾ, ਪਰ ਹਾਲੇ ਵੀ ਕੁਝ ਮੀਡੀਆ ਚੈਨਲਸ ਦੇ ਵੱਲੋਂ ਇਸ ਢੰਗ ਨਾਲ ਪੇਸ਼ ਕੀਤਾ ਜਾਣਾ, ਕੀ ਸੋਚਦੇ ਹੋ? ਇਸ ਤਰ੍ਹਾਂ ਹੈ ਵੀ ਇਹ ਕਿਸਾਨਾਂ ਦਾ ਅੰਦੋਲਨ ਹੈ, ਇੱਥੇ ਕੋਈ ਖਾਲਿਸਤਾਨ ਜਾਂ ਕੋਈ ਹੋਰ ਇਹੋ ਜਿਹੀ ਕੋਈ ਗੱਲ ਹੈ ਨਹੀਂ। ਇਹ ਮੈਂ ਸਮਝਦਾ ਵੀ ਇਹ ਮੰਦਭਾਗੀ ਗੱਲ ਹੈ ਜੇ ਕੋਈ ਟੀਵੀ ਚੈਨਲ ਮੋਦੀ ਦੇ ਦਬਾਅ ਹੇਠ ਇਹਨੂੰ ਬਦਨਾਮ ਕਰਨ ਵਾਸਤੇ ਖਾਲਿਸਤਾਨੀ ਅੰਦੋਲਨ ਜਾਂ ਕੁਝ ਹੋਰ ਕਰ ਰਿਹਾ। ਔਰ ਮੈਂ ਇਹਨੂੰ ਇੱਥੇ ਤੱਕ ਸੀਮਤ ਨਹੀਂ ਕਰਦਾ, ਇਹ ਬਹੁਤ ਗੰਭੀਰ ਗੱਲ ਹੈ ਦੇਸ਼ ਲਈ। ਇਹਦਾ ਮਤਲਬ ਹੈ ਵੀ ਲੋਕਾਂ ਦਾ ਮਾਈਂਡ ਸੈਟ ਬਦਲ ਕੇ ਖਾਲਿਸਤਾਨ ਵੱਲ ਲਾਉਣਾ ਚਾਹੁੰਦਾ ਹੈ। ਦਿਸ ਇਜ਼ ਟੋਟਲੀ ਐਂਟੀ ਨੈਸ਼ਨਲ। ਮੈਂ ਮਨ ਬਣਾ ਲਿਆ ਵੀ ਇਸ ਇਹਦਾ ਜਿਹੜਾ ਮਾਲਕ ਹੈ ਉਹਦੇ ਖਿਲਾਫ ਘੱਟੋ ਘੱਟ 10,000 ਕੇਸ ਪੰਜਾਬ 'ਚੋਂ ਇਹਦੇ ਤੇ ਕਰਾਵਾਂਗੇ, ਜਿਹੜਾ ਡੈਫੇਮੇਸ਼ਨ ਔਰ ਕ੍ਰਿਮੀਨਲ ਕੰਟੈਂਪਟ ਦਾ। ਔਰ ਇਹ ਤੋਂ ਇਲਾਵਾ ਮੈਨੂੰ ਇਹਦਾ ਉਹ ਆਪਣਾ ਘਰ ਨੂੰ ਬਚਾ ਕੇ ਰੱਖੇ। ਮੈਂ ਛੋਟੀ ਜਿਹੀ ਇੱਕ ਮਿਸਾਲ ਦਿੰਦਾ, ਕਿਤੇ ਹੋਰ ਨਾ ਸਾਨੂੰ ਅੱਗੇ ਵਧਣਾ ਪੈ ਜਾਏ। ਸਾਨੂੰ ਪਤਾ ਹੈ ਵੀ ਉਹਨੇ ਚੰਡੀਗੜ੍ਹ ਫਿਰੋਜ਼ਪੁਰ ਰੋਡ ਜਿਹੜੀ ਹੈ ਉਹਦਾ ਕੰਟਰੈਕਟ ਉਹਦੇ ਕੋਲ ਹੈ, ਉਹਦੇ 'ਚ ਇੰਨੇ ਫਲਾਹ ਨੇ ਕਰੋੜਾਂ ਰੁਪਈਆ ਉਹ ਖਾ ਗਿਆ, ਤੇ ਅਸੀਂ ਹੁਣ ਉਧਰ ਨੂੰ ਵੀ ਮੂੰਹ ਕਰਨ ਲੱਗੇ ਹਾਂ। ਲੱਗਦਾ ਵੀ ਜਾਣਬੁੱਝ ਕੇ ਹੋ ਰਿਹਾ ਹੈ, ਕੀ ਕਾਰਨ ਹੈ, ਜਾਂ ਇਹਦੇ ਵਿੱਚ ਕੋਈ ਗੱਲ ਹੈਗੀ ਐਦਾਂ ਦੀ? ਕੁਝ ਤਸਵੀਰਾਂ ਉਹ ਦਿਖਾਉਂਦੇ ਵੀ ਨੇ। ਇਹ ਮੋਦੀ ਦੇ ਦਬਾਅ ਹੇਠ ਕਰ ਰਹੇ ਨੇ, ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਜੋ ਕਰਦੇ ਨੇ ਤਸਵੀਰਾਂ ਦਿਖਾਉਣ ਨੂੰ ਕੀ ਹੈ ਜੀ, ਕਿਤੇ ਕੋਈ ਐਵੇਂ ਪੋਸਟ ਲੱਗੇ, ਇਟ ਡਸਨਟ ਮੀਨ ਵੀ ਆਰ ਖਾਲਿਸਤਾਨੀਜ਼। ਦਿਸ ਇਜ਼ ਟੋਟਲੀ ਨੌਨਸੈਂਸ। ਵੀ ਵੋਂਟ ਟੋਲਰੇਟ। ਇਹ ਨਹੀਂ ਅਸੀਂ ਬਰਦਾਸ਼ਤ ਕਰਾਂਗੇ ਜੇ ਕੋਈ ਕਹੇ ਸਾਨੂੰ ਇੱਥੇ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨ ਦੀ ਗੱਲ ਕਰੇ। ਅਸੀਂ ਬੜਾ ਡਿਸਪਲਿਨ ਰੱਖਿਆ ਹੋਇਆ ਹੈ। ਜੇ ਕੋਈ ਪੋਸਟਰ ਲੱਗ ਗਿਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਾਂ AK47 ਦਾ, ਕਿਸੇ ਦੀ ਆਪਣੀ ਮਨਸ਼ਾ ਜਾਂ ਆਪਣੀ ਕੁਝ ਵੀ ਹੋ ਸਕਦੀ ਹੈ, ਇੱਥੇ ਲੱਖਾਂ ਲੋਕ ਨੇ, ਪਰ ਉਹਨੂੰ ਇਸ ਤਰ੍ਹਾਂ ਪ੍ਰੈਜ਼ੈਂਟ ਕੀਤਾ ਜਾਣਾ ਨਹੀਂ। ਮੈਂ ਉਹੀ ਕਹਿਣਾ ਨਾ, ਇਹ ਕਿਸਾਨ ਅੰਦੋਲਨ ਹੈ, ਹੁਣ ਤੱਕ 6 ਮਹੀਨਿਆਂ 'ਚ ਵਾਇਲੈਂਟ ਨਹੀਂ ਹੋਇਆ, ਤੇ ਉਹਨਾਂ ਦੀ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਵਾਇਲੈਂਟ ਹੋਵੇ। ਉਹਨਾਂ ਦੀ ਕੋਸ਼ਿਸ਼ ਹੈ ਇਹਨੂੰ ਕਿਸੇ ਤਰ੍ਹਾਂ ਬਦਨਾਮ ਕਰੀਏ। ਸਾਡੇ ਮੁੰਡੇ ਸਾਡੇ ਕਹਿਣੇ 'ਚ ਨੇ, ਉਹ ਡਿਸਪਲਿਨ 'ਚ ਨੇ, ਉਹ ਪੀਸਫੁਲ ਪੀਸਫੁਲ ਹਨ, ਪੀਸਫੁਲ ਰਹਿਣਗੇ। ਕੁਝ ਬਾਈਟਸ ਨੂੰ ਛੋਟਾ ਕਰਕੇ ਪੇਸ਼ ਕੀਤਾ ਜਾਂਦਾ ਹੈ, ਉਹਦੇ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਲ ਹੋਈ ਕਿ ਅਸੀਂ ਇਸ ਤਰ੍ਹਾਂ ਕੀਤਾ, ਮੋਦੀ ਨੂੰ ਵੀ ਦੇਖ ਲਾਂਗੇ। ਉਹ ਕੁਝ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਕੁਝ ਬਿਆਨ ਦਿੱਤੇ ਗਏ। ਦੇਖੋ, ਅਸੀਂ ਹਮੇਸ਼ਾ ਕਿਹਾ ਵੀ ਜਿਹੜੇ ਇਦਾਂ ਦੀ ਲੋਕ ਗੱਲ ਕਰਦੇ ਨੇ ਉਹਨਾਂ ਦਾ ਸਾਡੇ ਇਸ ਅੰਦੋਲਨ ਨਾਲ ਕੋਈ ਸੰਬੰਧ ਨਹੀਂ। ਹੋਣਗੇ ਬਾਹਰ ਸਮਾਜ ਦੇ ਵਿੱਚ ਕੁਝ ਹੋਣ, ਪਰ ਜੇ ਉਹ ਇਹਨੂੰ ਸਾਡੇ ਅੰਦੋਲਨ ਨਾਲ ਜੋੜ ਕੇ ਚੱਲਣਗੇ, ਅਸੀਂ ਵੀ ਵੋਂਟ ਟੋਲਰੇਟ। ਅਸੀਂ ਉਹਨਾਂ ਨੂੰ ਬਖਸ਼ਾਂਗੇ ਨਹੀਂ। ਜਿਹੜੀ ਕੱਲ 10 ਤਰੀਕ ਨੂੰ ਭਾਰਤੀ